ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੁਣ ਤੱਕ ਸੁਖਮਨੀ ਸਾਹਿਬ ਜੀ ਦੀਆਂ 22 ਅਸ਼ਟਪਦੀਆਂ ਦਾ ਪਾਠ ਕਰਦੇ ਹੋਏ ਮਨ ਵਿੱਚ ਸਮਝ ਆਈ ਹੈ ਕਿ ਗੁਰੂ ਸਾਹਿਬ ਨੇ ਗਿਆਨ ਰੂਪੀ ਸੁਰਮਾ ਬਖਸ਼ਿਆ ਹੈ, ਜਿਸ ਨਾਲ ਅਗਿਆਨ ਦਾ ਅੰਧੇਰਾ ਛਟ ਗਿਆ ਹੈ। ਇਸ ਪ੍ਰਕਾਸ਼ ਵਿੱਚ ਸਭ ਭੈ ਖਤਮ ਹੋ ਰਹੇ ਹਨ। ਹੋਰ ਸੋਚਾਂ ਚਿਤਵਣੀਆਂ ਖਤਮ ਹੋ ਗਈਆਂ ਹਨ। ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ, ਨਾਨਕ ਗਿਆਨ ਅੰਜਨ ਜਹ ਨੇਤਰਾ। ਗੁਰੂ ਸਾਹਿਬ ਵੱਲੋਂ ਬਖਸ਼ੇ ਗਿਆਨ ਨਾਲ ਸਮਝ ਪਈ ਹੈ ਕਿ ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸੋਝੀ ਹੋਈ ਹੈ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਹੋਰ ਵੇਖੀਏ, ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਨੈ। ਸੋ ਗੁਰੂ ਦੀ ਸਮਝ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੋਈ ਹੈ। ਇਸ ਗਿਆਨ ਰੂਪੀ ਸੁਰਮੇ ਜਾਂ ਅੰਜਨ ਨਾਲ ਮਨ ਵਿੱਚ ਖੇੜਾ, ਖੁਸ਼ੀ, ਚਾਨਣ ਦੀ ਸਥਾਈ ਅਵਸਥਾ ਬਣ ਗਈ ਹੈ। ਗਿਆਨ ਅੰਜਨ ਜਾਕੀ ਨੇਤਰੀ ਪੜਿਆ, ਤਾਕੋ ਸਰਬ ਪ੍ਰਗਾਸਾ। ਅਗਿਆਨ ਅੰਧੇਰੈ ਸੂਝਸ ਨਾਹੀ, ਬੋਹੜ ਬੋਹੜ ਭਰਮਾਤਾ। ਗੁਰਬਾਣੀ ਦੇ ਇਸ ਗਿਆਨ ਨਾਲ ਪ੍ਰਭੂ ਅਤੇ ਪ੍ਰਭੂ ਦੀਆਂ ਬਖਸ਼ਿਸ਼ਾਂ ਸਮਝ ਆ ਰਹੀਆਂ ਹਨ। ਗਿਆਨ ਅੰਜਨ ਜਹ ਪਾਇਆ, ਤੇ ਲੋਇਨ ਪਰਵਾਨ। ਗੁਰੂ ਸਾਹਿਬ ਨੇ ਇਸ 23ਵੀਂ ਅਸ਼ਟਪਦੀ ਦੇ ਪਹਿਲੇ ਬੰਦ ਵਿੱਚ ਸਾਡਾ ਅੰਧੇਰਾ ਦੂਰ ਕੀਤਾ ਕਿ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਸੁਨ ਸਮਾਦ ਅਨਹਤ ਤਹ ਨਾਦ, ਕਹਿ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਗੁਰੂ ਸਾਹਿਬ ਵੱਲੋਂ ਬਖਸ਼ੇ ਗਿਆਨ ਰਾਹੀਂ ਸਾਨੂੰ ਇਹ ਵੀ ਸੋਝੀ ਹੋਈ ਕਿ ਅਧਿਆਤਮ ਜਗਤ ਦੇ ਵਿੱਚ ਨੌ ਨਿਧ, ਅੰਮ੍ਰਿਤ, ਅਨਾਹਦ ਆਦਿ ਰਹੱਸਮਈ ਅਵਸਥਾਵਾਂ ਅਤੇ ਪਦਾਰਥਾਂ ਦਾ ਚਿਤਰਨ ਕਰਕੇ ਇਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਪੈਦਾ ਕੀਤੀ ਜਾਂਦੀ ਸੀ ਅਤੇ ਇਸ ਦੀ ਪ੍ਰਾਪਤੀ ਵਾਸਤੇ ਵਿਸ਼ੇਸ਼ ਧਾਰਮਿਕ ਮੰਤਰ ਜਾਂ ਢੰਗ ਜਾਂ ਕਰਮ ਜਾਂ ਕੋਈ ਵਿਧੀ ਆਦਿ ਲਈ ਪ੍ਰੇਰਨਾ ਕੀਤੀ ਜਾਂਦੀ ਸੀ। ਧਰਮ ਦੇ ਇਹ ਉਦੇਸ਼ ਕਿਹੜੇ? ਆਈ ਨੌ ਨਿਧ, ਅੰਮ੍ਰਿਤ, ਅਨਾਹਦ ਆਪਣੀਆਂ ਜੜ੍ਹਾਂ ਗਹਿਰੀਆਂ ਲਗਾ ਚੁੱਕੇ ਸਨ, ਜਿਸ ਨੂੰ ਗੁਰੂ ਸਾਹਿਬ ਨੇ ਹਰ ਕੇ ਭਜਨ ਬਿਨ ਬਿਰਥਾ ਪੂਲ ਕਹਿ ਕੇ ਇਹ ਸਵੀਕਾਰ ਕਰ ਦਿੱਤਾ। ਬਿਰਥਾ ਪੂਲ ਭਾਵ ਵਿਅਰਥ ਦੀ ਪੰਡ। ਪ੍ਰਚਲਿਤ ਪੁਰਾਤਨ ਵਿਚਾਰ ਅਨੁਸਾਰ ਵਿਚਾਰ ਕਰ ਲਈਏ, ਨੌ ਨਿਧ ਤੋਂ ਭਾਵ ਨੌ ਖਜ਼ਾਨੇ, ਅੰਮ੍ਰਿਤ ਤੋਂ ਭਾਵ ਮੌਤ ਤੋਂ ਮੁਕਤੀ ਦਾ ਪਦਾਰਥ, ਅਨਹਦ ਨਾਦ ਤੋਂ ਭਾਵ ਲਗਾਤਾਰ ਸੁਣਾਈ ਦੇਣ ਵਾਲੀ ਆਵਾਜ਼ ਜੋ ਅਨਾਹਦ ਹੋਵੇ। ਸੋ ਅਨਾਹਦ ਤੋਂ ਭਾਵ ਚੋਟ ਰਹਿਤ ਜਾਂ ਸਵਤ ਉਤਪੰਨ ਆਵਾਜ਼, ਜੋ ਦੋ ਚੀਜ਼ਾਂ ਦੇ ਮੇਲ ਤੋਂ ਉਤਪੰਨ
ਲਗਾਤਾਰ ਸੁਣਾਈ ਦੇਣ ਵਾਲੀ ਆਵਾਜ਼ ਜੋ ਅਨਾਹਦ ਹੋਵੇ। ਸੋ ਅਨਾਹਦ ਤੋਂ ਭਾਵ ਚੋਟ ਰਹਿਤ ਜਾਂ ਸਵਤ ਉਤਪੰਨ ਆਵਾਜ਼ ਜੋ ਦੋ ਚੀਜ਼ਾਂ ਦੇ ਮੇਲ ਤੋਂ ਉਤਪੰਨ ਨਾ ਹੋਈ ਹੋਵੇ, ਉਸ ਨੂੰ ਅਨਾਹਦ ਕਿਹਾ ਜਾਂਦਾ ਹੈ। ਪਰ ਨਾਲ ਨਾਲ ਆਪਾਂ ਗੁਰਮਤਿ ਦੀ ਵਿਚਾਰ ਵੀ ਕਰ ਲਈਏ। ਗੁਰਮਤਿ ਵਿੱਚ 9 ਨਿੱਧ ਨਵਨਿਧ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸੋ ਗੁਰਸਿੱਖ ਵਾਸਤੇ ਪ੍ਰਭੂ ਦਾ ਨਾਮ ਹੀ 9 ਨਿਧੀਆਂ ਸਿੱਧੀਆਂ ਹਨ। ਇਸ ਵਾਸਤੇ ਬਾਹਰ ਜੰਗਲਾਂ ਪਹਾੜਾਂ ਵਿੱਚ ਜਾਣ ਦੀ ਜਾਂ ਸੰਨਿਆਸ ਆਦਿ ਦੀ ਲੋੜ ਨਹੀਂ ਹੈ। ਉਕਤ ਪ੍ਰਾਪਤੀਆਂ ਦੇ ਅਭਿਲਾਖੀਆਂ ਨੂੰ ਗੁਰੂ ਸਾਹਿਬ ਨੇ ਸਮਝਾਇਆ ਕਿ ਸਭ ਪਦਾਰਥ ਸਰੀਰ ਦੇ ਅੰਦਰ ਹੀ ਹਨ। ਅੰਮ੍ਰਿਤ ਗੁਰਬਾਣੀ ਅਨੁਸਾਰ ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ। ਅਨਹਦ ਨਾਦ, ਆਪਾਂ ਇਸ ਨੂੰ ਥੋੜ੍ਹਾ ਖੋਲ੍ਹ ਕੇ ਵਿਚਾਰ ਕਰਦੇ ਹਾਂ। ਸੁਨ ਸਮਾਦ, ਸੁਨ ਯੋਗ ਮਤ ਦੀਆਂ ਕਿਰਿਆਵਾਂ ਜਾਂ ਕਰਮ ਰਾਹੀਂ ਆਪਣੀ ਅਵਸਥਾ ਸੁਨ ਜਾਂ ਤਟਸਥ ਜਾਂ ਉਦਾਸੀਨ ਬਣਾ ਲੈਣੀ, ਜਿਸ ਵਿੱਚ ਕੋਈ ਫੁਰਨਾ ਨਾ ਫੁਰੇ, ਜਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੋਣਾ, ਇਸ ਨੂੰ ਸੁਨ ਕਿਹਾ ਜਾਂਦਾ ਹੈ। ਸਮਾਧ ਤੋਂ ਭਾਵ ਨਿਜ ਜਾਂ ਆਪਣੇ ਆਪ ਦੇ ਨੇੜੇ ਟਿਕਣਾ, ਜਿਸ ਵਿੱਚ ਪ੍ਰਾਪਤ ਹੋਈ ਇਕਾਗਰਤਾ ਵਿੱਚ ਸਾਜ਼ ਜਾਂ ਸਾਜ਼ਾਂ ਦੀ ਆਵਾਜ਼ ਸੁਣਾਈ ਦੇਣੀ, ਜਿਸ ਨਾਲ ਸੁੱਖ ਦੀ ਅਨੁਭੂਤੀ ਹੁੰਦੀ ਹੈ, ਸੁੱਖ ਮਹਿਸੂਸ ਹੁੰਦਾ ਹੈ। ਜੋ ਇਸ ਵਿਧੀ ਦੀ ਪ੍ਰੋੜਤਾ ਕਰਦੇ ਹਨ, ਉਹਨਾਂ ਦੇ ਅਲੱਗ-ਅਲੱਗ ਅਨੁਭਵ ਹਨ ਜਾਂ ਐਕਸਪੀਰੀਅੰਸ ਹਨ ਕਿ ਇਸ ਅਵਸਥਾ ਵਿੱਚ ਬੀਣਾ ਦੀ ਆਵਾਜ਼ ਸੁਣਾਈ ਦਿੰਦੀ ਹੈ ਜਾਂ ਮੁਰਲੀ ਆਦਿ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰ ਇਹ ਵੀ ਦੱਸਦੇ ਹਨ ਕਿ 5 ਸਾਜ਼ਾਂ ਦੀ ਇਕੱਠੀ ਸੁਰ ਵਿੱਚ ਆਵਾਜ਼ ਸੁਣਾਈ ਦਿੰਦੀ ਹੈ, ਜੋ ਮਿੱਠੀ ਆਵਾਜ਼ ਹੁੰਦੀ ਹੈ ਔਰ ਚੰਗੀ ਲੱਗਦੀ ਹੈ। ਇਸ ਪੰਥ ਦੇ ਜਾਤਰੂਆਂ ਅਨੁਸਾਰ, ਭਾਵ ਇਹ ਗੱਲਾਂ ਨੂੰ ਮੰਨਣ ਵਾਲੇ ਜੋ ਲੋਕ ਹਨ, ਇਸ ਆਵਾਜ਼ ਅਨਹਦ ਨਾਦ ਨੂੰ ਸੁਣਨ ਦੀ ਵਿਧੀ ਵੀ ਦੱਸਦੇ ਹਨ। ਪਹਿਲਾਂ ਆਪ ਮੂੰਹ, ਨੱਕ ਅਤੇ ਕੰਨ ਦੀ ਵਰਤੋਂ ਨਾਲ ਆਵਾਜ਼ ਕਰਕੇ ਜਾਂ ਆਵਾਜ਼ ਕੱਢ ਕੇ ਕਿਰਿਆ ਕੀਤੀ ਜਾਂਦੀ ਹੈ, ਅਤੇ ਫਿਰ ਐਸੀ ਆਵਾਜ਼ ਅੰਦਰੋਂ ਹੀ ਸੁਣਨ ਨੂੰ ਮਿਲਦੀ ਹੈ, ਜਿਸ ਨੂੰ ਵਜਾਉਣ ਵਾਲਾ ਨਹੀਂ ਦਿਸਦਾ, ਅਤੇ ਇਸ ਨੂੰ ਬਿਨਾਂ ਕਿਸੇ ਸਾਜ਼ ਜਾਂ ਚੋਟ ਤੋਂ ਵੱਜਣ ਵਾਲਾ ਨਾਦ, ਭਾਵ ਅਨਾਹਦ ਕਿਹਾ ਜਾਂਦਾ ਹੈ। ਵੈਸੇ ਅਨਹਦ, ਜਿਸ ਦਾ ਮੂਲ ਰੂਪ ਅਨਹਤ ਤੋਂ ਭਾਵ ਲਗਾਤਾਰ, ਨਿਰੰਤਰ, ਦਿਨ ਰਾਤ ਜਾਂ ਹਰ ਵੇਲੇ ਹੈ, ਅਤੇ ਨਾਦ ਤੋਂ ਭਾਵ ਹੈ ਆਵਾਜ਼। ਇਹ ਆਵਾਜ਼ ਜਦੋਂ ਕੰਨਾਂ ਨੂੰ ਚੰਗੀ ਲੱਗਦੀ ਹੈ ਤੇ ਰਾਗ ਕਹੀ ਜਾਂਦੀ ਹੈ। ਵੈਸੇ ਖੇੜੇ ਵਿੱਚ ਰਹਿਣ ਵਾਲੇ ਪ੍ਰਾਣੀ ਜੀਵਨ ਨੂੰ ਵੀ ਇੱਕ ਰਾਗ ਜਾਂ ਗੀਤ ਹੀ ਕਹਿੰਦੇ ਹਨ। ਸੋ ਇਸ ਵਿਚਾਰ ਅਨੁਸਾਰ ਅਨਾਹਦ ਜਾਂ ਅਨਹਦ ਨਾਦ, ਅਨਹਦ ਕਿੰਗਰੀ, ਅਨਹਦ ਧੁਨ, ਅਨਹਦ ਬਾਜੇ, ਅਨਹਦ ਸ਼ਬਦ ਦੇ ਸੁਣਨ ਨਾਲ ਸੁੱਖ ਮਹਿਸੂਸ ਹੁੰਦਾ ਹੈ। ਗੁਰਬਾਣੀ ਅਨੁਸਾਰ ਸਿੱਖ ਇਸ ਅਫੁਰ ਜਾਂ ਵਿਚਾਰਹੀਨ ਅਵਸਥਾ ਦਾ ਅਭਿਲਾਖੀ ਨਹੀਂ ਹੈ, ਬਲਕਿ ਹਰ ਵੇਲੇ ਪ੍ਰਭੂ ਉਸਤਤ ਦੇ ਫੁਰਨੇ ਲੋਚਦਾ ਹੈ, ਜਿਸ ਨਾਲ ਗੁਣ ਗਾਵਤ ਤੇਰੀ ਉਤਰਸ ਮੈਲ ਵਾਲਾ ਫਲ ਪ੍ਰਾਪਤ ਹੁੰਦਾ ਹੈ।
ਸਿੱਖ ਇਸ ਤਰ੍ਹਾਂ ਨਿੱਜ ਦੇ ਕੋਲ ਬੈਠ ਕੇ ਅਰਥਹੀਨ ਆਵਾਜ਼ਾਂ ਸੁਣਨ ਦੀ ਗੱਲ ਨਹੀਂ ਕਰਦਾ ਔਰ ਨਾ ਹੀ ਸਿੱਖੀ ਇਸ ਤਰ੍ਹਾਂ ਦੀ ਪ੍ਰੇਰਨਾ ਦਿੰਦੀ ਹੈ। ਸਗੋਂ ਸਿੱਖ ਇੱਕ ਨਿਵੇਕਲਾ ਕੰਮ ਕਰਦਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਸਿੱਖ ਨੇ ਆਪਣੇ ਕੋਲ ਬੈਠ ਕੇ ਆਪਣੇ ਦਿਲ ਦੀ ਖੋਜ ਕਰਨੀ ਹੈ, ਭਾਵ ਪ੍ਰਭੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਔਰ ਉਸ 'ਤੇ ਅਸੀਂ ਕਿੰਨਾ ਕੁ ਚੱਲੇ ਹਾਂ, ਕਿੰਨਾ ਕੁ ਪੂਰੇ ਉਤਰੇ ਹਾਂ, ਆਪਣੇ ਹੀ ਗਿਰਬਾਨ ਦੇ ਵਿੱਚ ਸਿਰ ਨੀਵਾਂ ਕਰਕੇ ਵੇਖਣਾ ਹੈ। ਹਿੰਦੂ ਮਤ ਵਿੱਚ ਇੱਕ ਗ੍ਰੰਥ ਹੈ ਜਿਸ ਦਾ ਨਾਮ ਹੈ ਨਾਮ ਬਿੰਦੂ ਉਪਨਿਸ਼ਦ। ਉਸ ਦੇ ਵਿੱਚ ਵੀ ਇਸ ਬਾਰੇ ਸੇਧਾਂ ਬਖਸ਼ੀਆਂ ਨੇ। ਨਾਦ ਬਿੰਦੂ ਉਪਨਿਸ਼ਦ ਇਸ ਵਿੱਚ ਦੱਸੀ ਵਿਧੀ ਓਮ ਦੀ ਧੁਨੀ ਨਿਕਾਲਣਾ ਜੋ ਆਹਾਦ ਹੈ, ਭਾਵ ਧੁਨੀ ਜੋ ਨੱਕ, ਮੂੰਹ ਅਤੇ ਕੰਨ ਦੀ ਵਰਤੋਂ ਨਾਲ ਇਹ ਓਮ ਦੀ ਧੁਨੀ ਕੱਢੀ ਜਾਂਦੀ ਹੈ। ਇਸ ਧੁਨ ਨੂੰ ਆਹਦ ਕਿਹਾ ਗਿਆ ਅਤੇ ਇਸ ਧੁਨੀ ਦੀ ਸਾਧਨਾ ਨਾਲ ਅਨਾਹਦ ਦੀ ਪ੍ਰਾਪਤੀ ਹੋਣੀ ਹੈ। ਇਹਨਾਂ ਅਨੁਸਾਰ ਓਮ ਕਿਸੇ ਸ਼ਬਦ ਦਾ ਨਾਮ ਨਹੀਂ ਹੈ। ਇਹ ਆਵਾਜ਼ ਕੰਨ ਕੰਨ ਵਿੱਚ ਰਮੀ ਹੋਈ ਹੈ। ਇਸ ਨੂੰ ਸੁਣਨ ਦੀ ਸ਼ੁਰੂਆਤ ਆਪਣੇ ਅੰਦਰ ਤੋਂ ਹੀ ਕਰਨੀ ਹੁੰਦੀ ਹੈ। ਇਸੇ ਤਰ੍ਹਾਂ ਹੀ ਯੋਗ ਮਤ ਅਨੁਸਾਰ ਇਹ ਇੱਕ ਯੋਗ ਕਿਰਿਆ ਹੈ ਜਿਸ ਵਿੱਚ ਦੋਨੋਂ ਕੰਨ ਅੰਗੂਠੇ ਨਾਲ ਚੰਗੀ ਤਰ੍ਹਾਂ ਘੁੱਟ ਕੇ, ਬੰਦ ਕਰਕੇ ਅਤੇ ਉਂਗਲਾਂ ਅੱਖਾਂ 'ਤੇ ਰੱਖ ਕੇ ਇਹ ਓਮ ਦੀ ਆਵਾਜ਼ ਪੈਦਾ ਕਰਨੀ ਹੈ ਅਤੇ ਇਸ ਆਵਾਜ਼ ਨਾਲ ਸਰੀਰ 'ਤੇ ਕੀ ਪ੍ਰਭਾਵ ਪੈਂਦੇ ਨੇ ਉਹ ਨੋਟ ਕਰਨੇ ਹੈ। ਭਾਵੇਂ ਯੋਗ ਕਿਰਿਆ ਰਾਹੀਂ ਆਪਣੇ ਆਪ ਨੂੰ ਅਫੁਰ ਅਵਸਥਾ ਦੇ ਵਿੱਚ ਲੈ ਕਰਕੇ ਜਾਣਾ ਹੈ ਕਿ ਕੋਈ ਵਿਚਾਰ ਦਿਮਾਗ ਦੇ ਵਿੱਚ ਨਾ ਆਵੇ। ਗੱਲ ਕਰੀਏ ਕਿ ਬੇਸ਼ੱਕ ਬੜੀ ਵਿਉਂਤ ਨਾਲ ਨਦੀਆਂ ਦੇ ਲਾਗੇ, ਨਦੀਆਂ ਦੇ ਨੇੜੇ, ਦਰਿਆਵਾਂ ਦੇ ਨਾਲ ਨਾਲ ਨਹਿਰਾਂ ਅਤੇ ਨਾਲੀਆਂ ਪਾਣੀ ਦੇ ਸਦ ਉਪਯੋਗ ਲਈ ਬਣਾਈਆਂ ਜਾਂਦੀਆਂ ਹਨ, ਪਰ ਪਾਣੀ ਉਸ ਵੇਲੇ ਤੱਕ ਬਾਰ-ਬਾਰ ਪੁਰਾਣੀਆਂ ਲੀਹਾਂ ਵੱਲ ਨੂੰ ਦੌੜਦਾ ਹੈ ਅਤੇ ਵਿਅਰਥ ਵਾਹਣਾਂ ਵਿੱਚ ਵਹਿ ਜਾਂਦਾ ਹੈ ਜਦੋਂ ਤੱਕ ਉਹ ਪੁਰਾਣੀਆਂ ਲੀਹਾਂ ਮਿਟ ਨਹੀਂ ਜਾਂਦੀਆਂ। ਉਸੇ ਤਰ੍ਹਾਂ ਹੀ ਸਾਡਾ ਅਧਿਆਤਮ ਵਹਿਣ ਗੁਰੂ ਸਾਹਿਬ ਵੱਲੋਂ ਤਿਆਗੇ ਗਏ ਰਸਤੇ 'ਤੇ ਆਪ ਮੁਹਾਰੇ ਚੱਲ ਪੈਂਦਾ ਹੈ, ਕਿਉਂਕਿ ਆਲਾ ਦੁਆਲਾ ਇਸੇ ਤਰ੍ਹਾਂ ਹੀ ਸੁਵਿਧਾਜਨਕ ਹੈ, ਕਿਉਂਕਿ ਆਸੇ ਪਾਸੇ ਗੱਲਾਂ ਹੀ ਇਸੇ ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਅਸੀਂ ਸਿੱਖੀ 'ਤੇ ਸਿੱਖੀ ਟਿਕਾਉਣ ਦਾ ਯਤਨ ਕਰੀ ਜਾਂਦੇ ਹਾਂ। ਆਪਾਂ ਦੇਖਦੇ ਹਾਂ ਕਿ ਭਗਤ ਰਵਿਦਾਸ ਜੀ ਦੀ ਕੁਰਬਾਨੀ, ਬਹੁਤਿਆਂ ਨੂੰ ਘੱਟ ਪਤਾ ਹੈ ਕਿ ਭਗਤ ਰਵਿਦਾਸ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਭਗਤ ਰਵਿਦਾਸ ਜੀ ਦੀ ਕੁਰਬਾਨੀ, ਭਗਤ ਕਬੀਰ ਜੀ ਨੂੰ ਗੰਗਾ ਵਿੱਚ ਰੋੜਨਾ ਅਤੇ ਮਾਰਨ ਦੇ ਬੜੇ ਉਪਰਾਲੇ ਕਰਨੇ, ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟ ਕੇ ਮਾਰਨ ਦੇ ਉਪਰਾਲੇ ਕਰਨੇ, ਇਹ ਸਭ ਇਹਨਾਂ ਵੱਲੋਂ ਮੂਰਤੀ ਪੂਜਾ ਅਤੇ ਵਿਅਰਥ ਦੇ ਕਰਮ ਕਾਂਡਾਂ ਦਾ ਵਿਰੋਧ ਕਰਦੇ ਹੋਏ ਹੋਇਆ। ਪਰ ਅੱਜ ਆਪਾਂ ਵੇਖਦੇ ਹਾਂ ਕਿ ਇਹਨਾਂ ਵਿਰੋਧ ਕਰਨ ਵਾਲਿਆਂ ਦੀਆਂ ਹੀ ਮੂਰਤੀਆਂ ਬਣਾ ਬਣਾ ਕੇ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਜੇ ਮੈਂ ਕਹਾਂ ਇਹ ਹੀ ਹਾਲ ਸਿੱਖਾਂ ਦਾ ਹੋਈ ਜਾਂਦਾ ਹੈ। ਖਿਆਲ ਰੱਖਿਓ, ਗੁਰੂ ਸਾਹਿਬ ਨੇ ਗੁਰਸਿੱਖ ਨੂੰ ਪ੍ਰਭੂ ਨਾਲ ਇੱਕ ਮਿੱਕ ਹੋਣ ਦੀ ਜਾਚ ਦੱਸੀ ਹੈ। ਸਿੱਖ ਕਿਸੇ ਅਖੌਤੀ ਸੁੱਖਾਂ ਦੀ ਖੋਜ ਵਿੱਚ ਸਮਾਧੀਆਂ ਲਗਾ ਕੇ ਨਹੀਂ ਬੈਠਦਾ, ਗੁਰੂ ਸਾਹਿਬ ਦੀ ਸਿੱਖਿਆ ਵਿੱਚ ਵਿਚਰਦਾ ਹੈ। ਸਿੱਖ ਸਹਿਜ ਦੀ ਅਵਸਥਾ,
ਸਿੱਖ ਸਹਿਜ ਦੀ ਅਵਸਥਾ ਵਿੱਚ ਅਨਾਹਤ ਤੋਂ ਮਿਲਣ ਵਾਲੇ ਸੁੱਖ ਤੋਂ ਵੀ ਉੱਚਾ ਅਤੇ ਵਿਹਾਰਕ ਆਨੰਦ ਮਾਣਦਾ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਸਹਿਜ ਗੁਫਾ ਮੈਂ ਆਸਨ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪਿਰਸਿਓਂ ਰਾਤੀ ਧਨ ਸੁਹਾਗਨ ਨਾਰ। ਸੋ ਸਿੱਖ ਵਾਸਤੇ ਸਹਿਜ ਅਵਸਥਾ ਹੀ ਨਵੇਕਲਾ ਥਾਂ ਹੈ। ਸਿੱਖ ਵਾਸਤੇ ਸਹਿਜ ਅਵਸਥਾ ਹੀ ਗੁਫਾ ਹੈ। ਸਿੱਖ ਵਾਸਤੇ ਸਹਿਜ ਅਵਸਥਾ ਹੀ ਨਵੇਕਲਾ ਕਮਰਾ ਹੈ। ਸਿੱਖ ਨੇ ਜੰਗਲਾਂ ਵਿੱਚ ਨਹੀਂ ਜਾਣਾ, ਗੁਫਾ ਵਿੱਚ ਵੜ ਕੇ ਨਹੀਂ ਬੈਠਣਾ। ਸਿੱਖ ਲਈ ਜੋਤ ਸਰੂਪ ਪ੍ਰਭੂ ਨਾਲ ਪਿਆਰ ਹੀ ਅਨਾਹਦ ਦਾ ਵਾਜਾ ਹੈ ਅਤੇ ਗੁਰੂ ਸਾਹਿਬ ਦੀ ਸਿੱਖਿਆ 'ਤੇ ਚੱਲਣਾ ਮਹਾ ਆਨੰਦ ਦੀ ਅਵਸਥਾ ਹੈ। ਸੋ ਸਫਲ ਉਹ ਹੀ ਹੈ ਜਾਂ ਸੁਹਾਗਨ ਉਹ ਇਸਤਰੀ ਹੈ ਜੋ ਆਪਣੇ ਪਤੀ ਨਾਲ ਇੱਕ ਮਿੱਕ ਹੋ ਗਈ ਹੈ। ਇਸ ਲਾਈਨ ਦੇ ਵਿੱਚ ਇਹ ਵੀ ਪ੍ਰਚਲਿਤ ਸੀ ਕਿ ਐਸੇ ਅਨਾਹਦ ਲਈ ਸਮਾਧੀ ਅਤੇ ਸਮਾਧ ਲਈ ਨਸ਼ਾ, ਤਾੜੀ ਆਦਿ ਦਾ ਸੇਵਨ ਜ਼ਰੂਰੀ ਹੁੰਦਾ ਸੀ। ਗੁਰੂ ਸਾਹਿਬ ਨੇ ਦ੍ਰਿੜ ਕਰਵਾਇਆ ਕਿ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ, ਐਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਭਗਤ ਕਬੀਰ ਜੀ ਨੇ ਅਨਾਹਦ ਵਾਲੀ ਇਹ ਸਾਰੀ ਫਿਲਾਸਫੀ ਹੀ ਨਕਾਰ ਦਿੱਤੀ। ਕਬੀਰ ਸਾਹਿਬ ਨੇ ਕਿਸੇ ਅਰਥਹੀਨ ਆਵਾਜ਼ ਜਾਂ ਨਾਦ ਦੀ ਹਾਮੀ ਨਹੀਂ ਭਰੀ ਅਤੇ ਨਾ ਹੀ ਪ੍ਰਭੂ ਭਗਤਾਂ ਨੂੰ ਹਰੀ ਦੇ ਭਜਨ ਵਿਹੂਨੀ ਕੋਈ ਧੁਨੀ ਚੰਗੀ ਹੀ ਲੱਗਦੀ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਪ੍ਰਭੂ ਦੇ ਗੁਣ ਗਾਣ ਹੀ ਅਨਾਹਦ ਹੈ। ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ ਹੀਰਾ ਲੈ ਪਛਾਨੀ। ਇਸ ਤਰ੍ਹਾਂ ਦਾ ਹੀ ਸੰਦੇਸ਼ ਗੁਰੂ ਅਮਰਦਾਸ ਜੀ ਸਾਨੂੰ ਰੋਜ਼ਾਨਾ ਦੇ ਰਹੇ ਹਨ ਕਿ ਹੇ ਪ੍ਰਾਣੀ, ਅੰਤਹੀਨ ਪ੍ਰਭੂ ਦੀ ਸਿੱਖਿਆ ਦਾ ਧਾਰਨੀ ਹੋ। ਬਿਨਵੰਤ ਨਾਨਕ ਭਾਵ ਅੰਤਹੀਨ ਪਰਮਾਤਮਾ ਗੁਰਚਰਨ ਲਾਗੇ ਭਾਵ ਸਿੱਖਿਆ ਨੂੰ ਗ੍ਰਹਿਣ ਕਰਨਾ। ਗੁਰੂ ਸਾਹਿਬ ਰੋਜ਼ ਹੀ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਨੂੰ ਇਹ ਦ੍ਰਿੜ ਕਰਾ ਰਹੇ ਹਨ, ਸੁਨ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਗੁਰੂ ਸਾਹਿਬ ਨੇ ਉੱਚੇ ਸੁੱਖ ਦੀ ਜਾਂਚ ਦੱਸੀ ਹੈ, ਨਵੇਕਲੇ ਸੁੱਖ ਦੀ ਜਾਂਚ ਦੱਸੀ ਹੈ, ਸਿਰਮੌਰ ਸੁੱਖ ਦੀ ਜਾਂਚ ਦੱਸੀ ਕਿ ਗੁਰੂ ਦੇ ਸ਼ਬਦ ਗਾਇਨ ਨਾਲ ਹੀ ਪ੍ਰਭੂ ਨੂੰ ਮਨ ਵਿੱਚ ਵਸਾ। ਤੇਰੇ ਲਈ ਸਾਰੇ ਹੀ ਰਾਗ, ਰਾਗਣੀਆਂ ਅਤੇ ਇਹਨਾਂ ਦੇ ਮਾਲਕ ਰਤਨ ਸ਼ਬਦ ਨਾਦ ਜਾਂ ਸ਼ਬਦ ਗਾਇਨ ਦੇ ਰਾਸਤੇ ਆਨੰਦ ਬਖਸ਼ ਰਹੇ ਹਨ। ਇਸ ਨੂੰ ਸੁਣ। ਗੁਰੂ ਸਾਹਿਬ ਦਾ ਸ਼ਬਦ, ਗੁਰੂ ਦਾ ਗਿਆਨ ਜਾਂ ਗੁਰੂ ਦੀ ਸਿੱਖਿਆ ਹੀ ਸਭ ਰਾਗਾਂ ਅਤੇ ਨਾਦਾਂ ਦੀ ਸੁਣਾਈ ਦੀ ਸਿਰਮੌਰ ਹੈ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਇਆ ਕਿ ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਉਸ ਪਰਮਾਤਮਾ ਦੀ ਚਰਨੀ ਲੱਗਿਆਂ ਭਾ ਉਹਦੀ ਸਿੱਖਿਆ ਗ੍ਰਹਿਣ ਕਰਨ ਨਾਲ ਹੀ ਇਹ ਅਨਹਦ ਤੂਰੇ, ਤੂਰੇ ਕਹਿੰਦੇ ਆ ਵਾਜਿਆਂ ਨੂੰ। ਅਨਹਦ ਜੋ ਦਿਨ ਰਾਤ ਲਗਾਤਾਰ
ਜਾਂ ਬਿਨਾਂ ਕਿਸੇ ਗੈਪ ਤੇ ਇੱਕ ਸੁਰ ਚੱਲਦਾ ਰਹੇ, ਉਹ ਅਵਸਥਾ। ਤਾਂ ਗੁਰੂ ਸਾਹਿਬ ਨੇ ਸਾਨੂੰ ਦ੍ਰਿੜ ਕਰਾਇਆ, ਕੋਈ ਧੁਨੀਆਂ, ਕੋਈ ਆਵਾਜ਼ਾਂ ਅਨਾਹਤ ਤੱਕ ਨਹੀਂ ਲੈ ਕੇ ਜਾਣਗੀਆਂ। ਗੁਰੂ ਦੀ ਸਿੱਖਿਆ ਗ੍ਰਹਿਣ ਕਰ, ਉਹ ਹੀ ਤੇਰੇ ਵਾਸਤੇ ਅਨਹਦ ਤੂਰੇ ਜਾਂ ਅਨਾਹਦ ਹੈ। ਇਹੀ ਗੱਲ ਭਗਤ ਕਬੀਰ ਜੀ ਨੇ ਸਾਨੂੰ ਕਹੀ, ਹਰ ਕੀ ਕਥਾ ਅਨਾਹਦ ਬਾਣੀ। ਭਾਈ ਗੁਰਦਾਸ ਜੀ ਨੇ ਵੀ ਇਹੀ ਸਮਝਾਇਆ ਕਿ ਸਤਿਗੁਰੂ ਦਾ ਸ਼ਬਦ ਹੀ ਅਨਾਹਦ ਬ੍ਰਹਮ ਗਿਆਨ ਹੈ। ਸਤਿਗੁਰ ਸ਼ਬਦ ਅਨਾਹਦ ਬ੍ਰਹਮ ਗਿਆਨ, ਗੁਰਮੁਖ ਪੰਥ ਸਤਗਮਤਾ ਅਗਮ ਹੈ। ਸੋ ਦ੍ਰਿੜ ਕਰੀਏ, ਪ੍ਰਭੂ ਦੇ ਗੁਣ ਹੀ ਸਿੱਖ ਨੂੰ ਹਮੇਸ਼ਾ ਸੁਣਾਈ ਦੇਣੇ ਚਾਹੀਦੇ ਹਨ। ਹਰ ਕੀ ਕਥਾ ਅਨਾਹਦ ਬਾਣੀ, ਇਸ ਤੋਂ ਇਲਾਵਾ ਸਭ ਵਿਅਰਥ ਦਾ ਭਾਰ ਹੈ। ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਸੋ ਸਿੱਖ ਵਾਸਤੇ ਬਾਕੀ ਸਾਰੇ ਹੀ ਕੰਮ ਵਿਅਰਥ ਦੀ ਪੰਡਾ ਹਨ। ਪ੍ਰਭੂ ਦਾ ਗੁਣ ਗਾਣ ਹੀ ਹਰ ਵੇਲੇ ਮਨ ਦੇ ਵਿੱਚ ਬਣਿਆ ਰਹਿਣਾ, ਉਹ ਅਨਹਦ ਰੂਪ ਦੇ ਵਿੱਚ ਭਾਵ ਲਗਾਤਾਰ ਗੁਣ ਗਾਣ ਬਣਿਆ ਰਹਿਣਾ ਹੀ ਅਨਾਦ ਹੈ। ਇਸ ਅਸ਼ਟਪਦੀ ਵਿੱਚ ਵੀ ਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ ਕਿ ਧਰਤੀ, ਆਕਾਸ਼, ਬਣ, ਪਵਨ, ਪਾਣੀ, ਅੱਗ ਅਤੇ ਸਾਰੀਆਂ ਹੀ ਦਿਸ਼ਾਵਾਂ ਵਿੱਚ ਉਸ ਪ੍ਰਭੂ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਵੇਦ, ਸ਼ਾਸਤਰ, ਚੰਦਰ, ਸੂਰਜ, ਤਾਰੇ ਆਦਿ ਸਭ ਉਸ ਦਾ ਹੀ ਖੇਲ ਹੈ। ਗੁਰੂ ਦੀ ਕਿਰਪਾ ਨਾਲ ਇਹ ਸੋਝੀ ਹੋਈ ਹੈ ਅਤੇ ਭਰਮ ਦਾ ਨਾਸ ਹੋਇਆ ਹੈ। ਪ੍ਰਭੂ ਆਪ ਸੱਚ ਹੈ ਅਤੇ ਉਸ ਦੀ ਰਚਨਾ ਵੀ ਸੱਚ ਹੈ, ਜਿਸ ਵਿੱਚ ਜੰਮਣਾ ਅਤੇ ਮਰਨਾ ਪ੍ਰਭੂ ਨੇ ਇੱਕ ਖੇਡ ਬਣਾਈ ਹੋਈ ਹੈ। ਜੋ ਪ੍ਰਭੂ ਦੀ ਖੇਡ ਨੂੰ ਜਾਣ ਲੈਂਦਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਮਨੁੱਖ ਦੇ ਆਉਣ ਦਾ ਇੱਕ ਹੀ ਉਦੇਸ਼ ਹੈ ਕਿ ਪ੍ਰਭੂ ਭਗਤਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਨਾਲ ਜੁੜਿਆ ਰਹੇ। ਐਸਾ ਪ੍ਰਾਣੀ ਆਪ ਮਾਇਆ ਦੇ ਜਾਲ ਤੋਂ ਮੁਕਤ ਹੈ ਅਤੇ ਸੰਸਾਰ ਨੂੰ ਵੀ ਮੁਕਤ ਕਰ ਲੈਂਦਾ ਹੈ। ਐਸਾ ਮਨੁੱਖ ਹੀ ਪ੍ਰਵਾਨ ਹੈ। ਸੋ ਦ੍ਰਿੜ ਕਰੀਏ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।